बोले सोने हाल सासवी अकाल। हर के संत जो हर भावहे, तिनकी कथा निरारी रे। आवहे ना जावहे ना कबहु मरते, पार ब्रह्म संगारी रे। मन साचा मुख साचा सोए, अवर ना पेखै एकस बिन कोए। नानक एह लक्षण ब्रह्म ज्ञानी होए। नानक एह लक्षण ब्रह्म ज्ञानी होए। वाहिगुरु जी का खालसा वाहिगुरु जी की फतेह। धन धन बाबा महिमा साहब जियां दे पावन स्थानां ते सालाना गुरमत समागम दे अंदर पावन पवित्र गुरु ग्रंथ साहब महाराज जियां दी गोद दे विच सज के बैठे परम सन्मानयोग सत्कारयोग सत संगी जनों, धन धन बाबा महिमा साहब जियां दी पावन याद नूं समर्पित सालाना गुरमत समागम दे विच हाज़री भरन दे वास्ते अपने सवासां नूं सफलियां करन दे वास्ते इकत्तर होए आ। साध संगत थोड़े समय दे विच ब्रह्म ज्ञानी महापुरखां दी धन श्री गुरु ग्रंथ साहब महाराज जी की बाणी के अनुसार जो सतगुरु महाराज गुरु की बाणी दे विच महापुरखां दी ब्रह्म ज्ञानी संतां दी जो उस्तत करते ने, इन्हां विचारां दी सांझ आप संगत दे नाल पाउणी है। जिहड़े महापुरख ब्रह्म ज्ञानी संत महापुरुष हुंदे ने, वो दो चीज़ां नूं साध संगत समर्पित हुंदे ने, एक सेवा ते दूजा सिमरन। जिद्दां धन श्री गुरु ग्रंथ साहब महाराज जी की बाणी दे विच कोई भी जिहड़ा अंग ऐसा नहीं कि जिहदे विच इन्हां दो चीज़ां की गल ना कीती होवे, सिमरन अते सेवा दी। दुनिया दे हरेक मनुख दे मन दे विच सिमरन चलदा है। असीं साडे सारे जिन्ने भी बैठे आ ना, साडे सारियां दे मनां दे विच सिमरन चलदा है। असीं प्रशादा छकदे आ, कोई काम कार करदे आ तां भी सिमरन निरंतर चलदा रहिंदा है। पर किसे दे मन दे विच माया दा सिमरन चलदा है, किसे दे मन दे विच विषयां वकारां दा सिमरन चलदा है, किसे दे मन दे विच कारोबारां दा सिमरन चलदा है। मन रुकदा नहीं, कुछ ना कुछ घाड़तां घड़दा है, विउंतां इहदे विच कुछ ना कुछ चलदा रहिंदा है। सारे असीं इस गल नूं जाणदे आ, वाकफ आ। पर साध संगत इस मन दे इन्हां चिंतावां विषयां वकारां दे सिमरन नूं जिहड़ा रब दे नाम दे नाल बदल दिंदा है ना, वो संत महात्मा महापुरख बन जांदा है। जिहदे मन दे विच रब दे नां दा चिंतन चलदा है, जिहड़ा होर कदी किसे गल नूं सोचदा ही नहीं, जिहदे मन दे विच केवल उस अकाल पुरख वाहिगुरू दी ही उस्तत चलदी है,
ਹੋਰ ਸਾਰੀਆਂ ਗੱਲਾਂ ਤੋਂ ਉਹ ਨਿਰਲੇਪ ਏ ਤੇ ਕੇਵਲ ਗੁਰੂ ਦੇ ਨਾਲ ਜੁੜਿਆ ਏ। ਐਸੇ ਸੁਭਾਅ ਹੁੰਦੇ ਨੇ ਸੰਤਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੇ। ਪਾਵਨ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ 4 ਪੌੜੀਆਂ ਸੁਣਿਆ, ਫਿਰ 4 ਮੰਨਿਆ, ਤੇ ਫਿਰ ਅੱਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਸੁਣਦਾ ਏ ਮੰਨਦਾ ਏ ਉਹ ਪੰਚ ਬਣ ਜਾਂਦਾ ਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ। ਇਸ ਪੰਚ ਦੀ ਫਿਰ ਸਤਿਗੁਰੂ ਮਹਾਰਾਜ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ 2 ਅਸ਼ਟਪਦੀਆਂ ਉਚਾਰਨ ਕਰਕੇ ਵਿਆਖਿਆ ਕਰਦੇ ਨੇ। ਇੱਕ ਸੰਤ ਤੇ ਬ੍ਰਹਮ ਗਿਆਨੀ। ਮਹਾਰਾਜ ਕਿਰਪਾ ਕਰਦੇ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ। ਮਨ ਵੀ ਸੱਚਾ ਏ ਤੇ ਮੁਖ ਤੋਂ ਵੀ ਸੱਚ ਬੋਲਦਾ ਏ। ਅਵਰ ਨਾ ਪੇਖੈ ਵੇਂਦਾ ਹੀ ਕੁਛ ਨਹੀਂ, ਏਕਸ ਬਿਨ ਕੋਏ। ਇੱਕ ਮਾਲਕ ਤੋਂ ਬਿਨਾ। ਫਿਰ ਕਹਿੰਦੇ ਕੀ ਹੁੰਦਾ? ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਲੱਛਣ ਕਿਹਦੇ ਹੁੰਦੇ ਨੇ? ਬ੍ਰਹਮ ਗਿਆਨੀ ਸੰਤਾਂ ਮਹਾਂਪੁਰਖਾਂ ਮਹਾਤਮਾ ਦੇ ਹੁੰਦੇ ਨੇ। ਸਾਧ ਸੰਗਤ ਕਈ ਸਾਡੇ ਭਰਾ ਇਸ ਗੱਲ ਤੋਂ ਬੜੀ ਤਰਕ ਕਰਦੇ ਨੇ ਕਿ ਸਾਰੇ ਹੀ ਪੁਰਖ ਨੇ, ਮਹਾਂਪੁਰਖ ਵਾਲੀ ਕਿਹੜੀ ਗੱਲ ਏ? ਉਹਨਾਂ ਦੇ ਸਰੀਰ ਦੇ ਵਿੱਚ ਕੀ ਫਰਕ ਏ? ਜਿੱਦਾਂ ਦਾ ਸਾਡਾ ਸਰੀਰ ਏ ਉੱਦਾਂ ਦਾ ਉਹਨਾਂ ਦਾ ਸਰੀਰ ਏ। ਜਿੱਦਾਂ ਸਾਡੇ 2 ਹੱਥ ਨੇ 2 ਪੈਰ ਨੇ, ਜਿੱਦਾਂ ਦਾ ਸਾਡਾ ਸਰੀਰ ਏ ਉੱਦਾਂ ਦਾ ਉਹਨਾਂ ਦਾ ਸਰੀਰ ਏ। ਸਾਧ ਸੰਗਤ ਜੀ ਸਾਡੇ 2 ਹੱਥ ਨੇ, ਇੱਕ ਸੱਜਾ ਹੱਥ ਤੇ ਇੱਕ ਖੱਬਾ ਹੱਥ। ਸਾਨੂੰ ਸਾਰਿਆਂ ਨੂੰ ਪਤਾ ਕਿ ਸੱਜੇ ਹੱਥ ਦੀ ਤਾਕਤ, ਸੱਜੇ ਹੱਥ ਦੀ ਪਕੜ ਜਿਹੜੀ ਹੈ ਨਾ ਉਹ ਖੱਬੇ ਤੋਂ ਜ਼ਿਆਦਾ ਹੁੰਦੀ ਹੈ। ਇਹੀ ਫਰਕ ਏ ਆਮ ਬੰਦਾ ਤੇ ਸੰਤ ਮਹਾਂਪੁਰਖ। ਸੰਤਾਂ ਮਹਾਤਮਾ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੁੰਦਾ ਏ ਆਮ ਮਨੁੱਖ ਤੋਂ ਬੜਾ ਵੱਖਰਾ ਹੁੰਦਾ ਏ। ਆਮ ਬੰਦਾ ਜਿਹੜਾ ਏ ਸਾਰੇ ਦੁਨਿਆਵੀ ਕੰਮਾਂ ਦੇ ਵਿੱਚ ਫਸਿਆ ਏ, ਪਰ ਜਿਹੜੇ ਮਹਾਤਮਾ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਨੇ। ਧੰਨ ਬਾਬਾ ਮਹਿਮਾ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਬੈਠੇ ਹੋ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਮਹਿਮਾ ਸਾਹਿਬ। ਸੀਨੇ ਬਸੀਨੇ ਉਹਨਾਂ ਦਾ ਪਾਵਨ ਇਤਿਹਾਸ ਜੋ ਅਸੀਂ ਸੁਣਿਆ ਏ ਕਿ ਸਾਧ ਸੰਗਤ ਸਭ ਤੋਂ ਪਹਿਲਾ ਮਿਲਾਪ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ 14-15 ਸਾਲ ਦੀ ਜਦੋਂ ਉਮਰ ਸੀ ਬਾਬਾ ਬੁੱਢਾ ਜੀ ਦੇ ਨਾਲ ਹੁੰਦਾ ਏ। ਬਾਬਾ ਬੁੱਢਾ ਜੀ ਦੇ ਨਾਲ ਜਦੋਂ ਮਿਲਾਪ ਹੋਇਆ ਤੇ ਬਾਬਾ ਮਹਿਮਾ ਸਾਹਿਬ ਜੀ ਉਹਨਾਂ ਨੂੰ ਨਮਸਕਾਰ ਕਰਦੇ ਨੇ, ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਗੁਰਸਿੱਖੀ ਵਾਲਾ ਜੀਵਨ, ਸਿੱਖੀ ਦੀ ਦਾਤ ਬਾਬਾ ਮਹਿਮਾ ਸਾਹਿਬ ਜੀ ਮੰਗਦੇ ਨੇ। ਬਹੁਤ ਹੀ ਪ੍ਰੇਮ ਦੇ ਵਿੱਚ ਆ ਕੇ ਉਹਨਾਂ ਦੇ ਚਰਨਾਂ ਤੇ ਐਸਾ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ ਕਿ ਜਿਹੜੇ ਨੇਤਰਾਂ ਦੇ ਵਿੱਚੋਂ ਜਲ ਵਹਿੰਦਾ ਏ। ਬਾਬਾ ਬੁੱਢਾ ਸਾਹਿਬ ਜੀ ਪੂਰਨ ਗੁਰਸਿੱਖ, ਉਹਨਾਂ ਨੇ ਕਿਰਪਾ ਕੀਤੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਰਾਮਦਾਸ ਤੱਕ ਧੰਨ ਬਾਬਾ ਮਹਿਮਾ ਸਾਹਿਬ ਜੀ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਰਹੇ, ਜਿਨ੍ਹਾਂ ਦੇ ਵਿੱਚ ਬਾਬਾ ਮਹਿਮਾ ਸਾਹਿਬ ਜੀ ਦੀਆਂ ਪ੍ਰਮੁੱਖ ਸੇਵਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੀ ਜਨਮ ਸਾਖੀ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਪਿੰਡ ਤੋਂ ਲੈ ਕੇ ਆਏ ਸਨ ਗੁਰੂ ਕੇ ਸਿੱਖ, ਤੇ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਸੀ, ਕਿਸੇ ਨੂੰ ਪੜ੍ਹਨਾ ਨਹੀਂ ਸੀ ਆਉਂਦਾ। ਫਿਰ ਸਾਧ ਸੰਗਤ ਉਸ ਜਨਮ ਸਾਖੀ ਨੂੰ ਪੜ੍ਹਨ ਦੇ ਵਾਸਤੇ ਪੈੜਾ ਮੋਖਾ ਨਾਮ ਦਾ ਇੱਕ ਸਿੱਖ ਜਿਹੜਾ ਲਾਹੌਰ ਦੇ ਵਿੱਚ ਰਹਿੰਦਾ ਸੀ, ਉਹਨੂੰ ਲੈ ਕੇ ਆਉਣਾ ਸੀ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਉਸ ਸਿੱਖ ਨੂੰ ਲੈ ਕੇ ਆਉਣ ਦੀ ਡਿਊਟੀ ਬਾਬਾ ਮਹਿਮਾ ਸਾਹਿਬ ਜੀ ਦੀ ਲਾਈ ਸੀ। ਫਿਰ ਸਾਧ ਸੰਗਤ ਜੀ ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਆਪ ਨੂੰ ਛੁਪਾ ਲਿਆ ਸੀ, ਭਾਵ ਕਿ ਸੰਗਤਾਂ ਨੂੰ ਦਰਸ਼ਨ ਨਹੀਂ ਦਿੰਦੇ ਸਨ, ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਦੇ ਨੇ ਬਾਬਾ ਮਹਿਮਾ ਸਾਹਿਬ ਜੀ
ਕਿ ਬਾਬਾ ਜੀ ਕਿਰਪਾ ਕਰੋ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਹੜੇ ਸੰਗਤਾਂ ਨੂੰ ਦਰਸ਼ਨ ਨਹੀਂ ਦੇ ਰਹੇ, ਸੰਗਤਾਂ ਬੜੀਆਂ ਵਿਆਕੁਲ ਨੇ, ਕਿਰਪਾ ਕਰਕੇ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਗਟ ਕਰੋ। ਜਦੋਂ ਬਾਸਰ ਕੇ ਨਗਰ ਸਨ ਸਾਹਿਬ ਗੁਰਦੁਆਰਾ ਜਾ ਕੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਗਟ ਕੀਤਾ, ਸਾਧ ਸੰਗਤ ਉਸ ਸਮੇਂ ਵੀ ਬਾਬਾ ਮਹਿਮਾ ਸਾਹਿਬ ਜੀ ਨਾਲ ਸਨ। ਬਹੁਤ ਮਹਾਨ ਜਿਹੜੀਆਂ ਕਿਰਪਾ ਇਸ ਪਾਵਨ ਸਥਾਨ ਤੇ ਵਰਤਦੀਆਂ ਨੇ। ਜਿਸ ਪ੍ਰਕਾਰ ਸਾਡੇ ਨੇੜੇ ਵਾਲੇ ਸਾਰੇ ਜਿੰਨੇ ਪਿੰਡ ਨੇ ਇਹਨਾਂ ਨੂੰ ਪਤਾ ਏ ਸੰਗਤਾਂ ਨੂੰ, ਪਰ ਮੈਂ ਜਿਹੜੀਆਂ ਦੂਰ ਸੰਗਤਾਂ ਬੈਠੀਆਂ ਨੇ ਲਾਈਵ ਵੇਖ ਰਹੀਆਂ ਨੇ, ਉਹਨਾਂ ਨੂੰ ਬੇਨਤੀ ਕਰਾਂ ਕਿ ਸਾਡੇ ਜਿੰਨੇ ਵੀ ਨੇੜੇ ਤੇੜੇ ਦੇ ਪਿੰਡ ਨੇ ਦੂਰ ਤੱਕ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਏ, ਉਹਨਾਂ ਦੀਆਂ ਅਸਥੀਆਂ ਜਿਹੜੀਆਂ ਨੇ ਇਸ ਪਾਵਨ ਸਥਾਨ ਤੇ ਆ ਕੇ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ। ਇੱਥੇ ਗੰਗਾ ਦਾ ਜਿਹੜਾ ਸਰੋਵਰ ਬਣਿਆ ਏ, ਉੱਥੇ ਆ ਕੇ ਅਸਥੀਆਂ ਜਲ ਪ੍ਰਵਾਹ ਹੁੰਦੀਆਂ ਨੇ। ਬਹੁਤ ਲੰਮੇ ਸਮੇਂ ਤੋਂ ਕਈ ਸੌ ਸਾਲ ਬੀਤ ਗਏ ਜਿਹੜੀਆਂ ਅਸਥੀਆਂ ਇੱਥੇ ਜਲ ਪ੍ਰਵਾਹ ਹੁੰਦੀਆਂ ਨੇ। ਫਿਰ ਉਹਨਾਂ ਨੂੰ ਵੇਖਿਆ ਵੀ ਇਹ ਕਈ ਵਾਰੀ ਜਿਹੜੀ ਉਹ ਸਫਾਈ ਵੀ ਕੀਤੀ ਗਈ ਹੈ ਗੰਗਾ ਦੀ, ਪਰ ਕਦੀ ਵੀ ਉਹਨਾਂ ਦੇ ਵਿੱਚੋਂ ਕੋਈ ਅਸਥੀ ਨਹੀਂ ਮਿਲੀ। ਸਾਧ ਸੰਗਤ ਤੇ ਮਹਿਮਾ ਧੰਨ ਬਾਬਾ ਮਹਿਮਾ ਸਾਹਿਬ ਜੀ ਦੀ ਹੈ। ਉਹਨਾਂ ਦੀ ਕਿਰਪਾ ਦੇ ਨਾਲ ਇਸ ਪਾਵਨ ਸਥਾਨ ਤੇ ਰੌਣਕਾਂ ਲੱਗਦੀਆਂ ਨੇ, ਕਿਉਂਕਿ ਉਹ ਅੰਦਰੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪੂਰਨ ਤੌਰ ਤੇ ਜੁੜੇ ਸਨ ਤੇ ਜਿਨ੍ਹਾਂ ਦੀ ਬਰਕਤ ਅੱਜ ਵਰਤਦੀ ਹੈ। ਸਾਧ ਸੰਗਤ ਸਾਡੇ ਕੋਲ ਕੀਰਤਨੀਏ ਹਜੂਰੀ ਰਾਗੀ ਸਿੰਘ ਵੀ ਪਹੁੰਚ ਚੁੱਕੇ ਨੇ। ਮੈਂ ਇੱਕ ਜਿਹੜੇ ਸ਼ਬਦ ਦੀ ਆਪ ਸੰਗਤਾਂ ਦੇ ਨਾਲ ਸਾਂਝ ਪਾ ਕੇ ਤੇ ਫਿਰ ਖਿਮਾ ਦਾ ਜਾਚਕ ਹੋ ਜਾਣਾ ਏ। ਮੈਂ ਬੇਨਤੀ ਕਰਾਂ ਕਿ ਸਾਧ ਸੰਗਤ ਅੱਗ ਕਿਤੇ ਵੀ ਅਸੀਂ ਬਾਲ ਲਈਏ, ਜਿਹੜੀ ਅੱਗ ਦੀ ਚੰਗਾੜੀਆਂ ਨੇ ਉਹ ਹਮੇਸ਼ਾ ਉੱਪਰ ਵੱਲ ਨੂੰ ਜਾਂਦੀਆਂ ਨੇ। ਮੋਮਬੱਤੀ ਦੀ ਅੱਗ ਬਾਲ ਲਵੋ, ਭਾਵੇਂ ਤੁਸੀਂ ਲੱਕੜਾਂ ਦੀ ਅੱਗ ਬਾਲ ਲਵੋ, ਗੈਸ ਦੀ ਅੱਗ ਬਾਲ ਲਵੋ, ਸਟੋਪ ਦੀ ਅੱਗ ਬਾਲ ਲਵੋ, ਕੋਈ ਵੀ ਜਿਹੜੀ ਚੀਜ਼ ਹੈ ਉੱਪਰੋਂ ਸੁੱਟੀਏ ਤੋਂ ਹੇਠਾਂ ਵੱਲ ਆਉਂਦੀ ਹੈ, ਪਰ ਅੱਗ ਹਮੇਸ਼ਾ ਉੱਪਰ ਵੱਲ ਨੂੰ ਜਾਂਦੀ ਹੈ। ਫਿਰ ਜਿਹੜਾ ਪਾਣੀ ਹੈ, ਪਾਣੀ ਸਮੁੰਦਰ ਦੇ ਵਿੱਚੋਂ ਉੱਡਦਾ ਏ, ਬੱਦਲਾਂ ਦਾ ਰੂਪ ਧਾਰਨ ਕਰਦਾ ਏ। ਫਿਰ ਬੱਦਲ ਜਿਹੜੇ ਉਹ ਵਰਸਦੇ ਨੇ ਤੇ ਪਾਣੀ ਫਿਰ ਉੱਥੇ ਰੁਕਦਾ ਨਹੀਂ, ਨਾਲੇ ਟੋਭਿਆਂ ਨਦੀਆਂ ਦਰਿਆਵਾਂ ਦੇ ਵਹਿਣ ਵਹਿੰਦੇ ਨੇ ਤੇ ਫਿਰ ਸਮੁੰਦਰ ਵਿੱਚ ਵਾਪਸ ਆ ਕੇ ਪੈਂਦੇ ਨੇ। ਤੇਜ਼ ਹਵਾ ਵਗਦੀ ਏ, ਛੋਟੇ ਛੋਟੇ ਜਿਹੜੇ ਜਰੇ ਨੇ, ਕਣ ਨੇ, ਉਹ ਆਸਮਾਨ ਦੇ ਵਿੱਚ ਆਕਾਸ਼ ਦੇ ਵਿੱਚ ਚਲੇ ਤੇ ਜਾਂਦੇ ਨੇ, ਪਰ ਬਹੁਤਾ ਸਮਾਂ ਨਹੀਂ ਰਹਿੰਦੇ, ਫਿਰ ਵਾਪਸ ਉਹ ਧਰਤੀ ਤੇ ਆ ਕੇ ਡਿੱਗਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਣਕ ਨੂੰ ਗਾਉਂਦੇ ਸਨ ਤੇ ਜਿਹੜਾ ਕਣਕ ਦਾ ਬੀਜ ਸੀ ਨਾ, ਉਹ ਤੂੜੀ ਦੇ ਵਿੱਚ ਰੱਖ ਦਿੰਦੇ ਸਨ। ਕਾਹਦੇ ਵਾਸਤੇ? ਕਿ ਤੂੜੀ ਦੇ ਵਿੱਚ ਜਿਹੜਾ ਬੀਜ ਰੱਖ ਦਈਏ ਉਹ ਖਰਾਬ ਨਹੀਂ ਹੁੰਦਾ। ਇਸੇ ਪ੍ਰਕਾਰ ਹੀ ਸਾਧ ਸੰਗਤ ਜੀ ਜਦੋਂ ਵੇਲਣੇ ਤੋਂ ਰਹੁ ਕੱਢੀ ਜਾਂਦੀ ਸੀ ਨਾ, ਤੇ ਰਹੁ ਜਦੋਂ ਭਾਂਡੇ ਵਿੱਚ ਪਾ ਕੇ ਵਾਪਸ ਲੈ ਕੇ ਆਉਂਦੇ ਸਨ ਸਿਆਣੇ ਲੋਕ, ਉਹਦੇ ਵਿੱਚ ਵੀ ਗੰਨੇ ਦੇ ਜਿਹੜੇ ਟੁਕੜੇ ਸੀ ਉਹ ਕੱਟ ਕੇ ਪਾ ਦਿੰਦੇ ਸਨ। ਕੀ ਕਾਰਨ ਸੀ? ਕਾਰਨ ਇਹ, ਅੱਗ ਕਿਤੇ ਵੀ ਬਾਲ ਲਓ, ਪਰ ਅੱਗ ਦਾ ਜਿਹੜਾ ਮੇਨ ਸਰੋਤ ਹੈ ਨਾ, ਮੇਨ ਜਿਹੜਾ ਧੁਰਾ ਏ, ਉਹ ਸੂਰਜ ਹੈ। ਅੱਗ ਸੂਰਜ ਦੇ ਨਾਲ ਮਿਲਣਾ ਚਾਹੁੰਦੀ ਏ। ਸਮੁੰਦਰ ਦਾ ਪਾਣੀ ਸਮੁੰਦਰ ਤੋਂ ਉੱਠਦਾ ਏ, ਫਿਰ ਆਸਮਾਨ ਦੇ ਵਿੱਚ ਬੱਦਲ ਕਈ ਦਿਨ ਮੰਡਰਾਉਂਦੇ ਨੇ, ਪਰ ਵਾਪਸ ਫਿਰ ਉਹ ਧਰਤੀ ਤੇ ਆ ਕੇ ਡਿੱਗਦਾ ਏ ਤੇ ਧਰਤੀ ਤੋਂ ਫਿਰ ਵਾਪਸ ਸਮੁੰਦਰ ਵਿੱਚ ਜਾਂਦਾ ਏ। ਕੀ ਕਾਰਨ? ਕਿ ਜਿਹੜਾ ਸਮੁੰਦਰ ਹੈ ਨਾ, ਉਹਦਾ ਮੇਨ ਜਿਹੜਾ ਧੁਰਾ ਹੈ ਜਲ ਦਾ, ਉੱਥੇ ਪਹੁੰਚਣਾ ਚਾਹੁੰਦਾ ਏ।
ਮਿੱਟੀ ਦੇ ਜਰੇ, ਛੋਟੇ ਛੋਟੇ ਕੰਨ, ਛੋਟੇ ਛੋਟੇ ਕਣ, ਉਹ ਵੀ ਆ ਕੇ ਆਪਣੇ ਧਰਤੀ ਦੇ ਨਾਲ ਹੀ ਮਿਲਣਾ ਚਾਹੁੰਦੇ ਨੇ। ਆਪਣੇ ਧੁਰੇ ਦੇ ਕੋਲੋਂ ਜਿਹੜਾ ਬੰਦਾ ਟੁੱਟ ਜਾਂਦਾ ਏ ਉਹ ਕਦੀ ਸੁਖੀ ਨਹੀਂ ਹੁੰਦਾ, ਤੇ ਜਿਹੜਾ ਜੁੜ ਜਾਂਦਾ ਏ, ਜਿੱਦਾਂ ਕਣਕ ਦਾ ਬੀਜ ਕਣਕ ਦੇ ਵਿੱਚੋਂ ਪੈਦਾ ਹੋਇਆ, ਬਾਹਰ ਰਹਿੰਦਾ ਕਈ ਬਿਮਾਰੀਆਂ ਲੱਗਣੀਆਂ ਸਨ, ਕੀੜਿਆਂ ਮਕੌੜਿਆਂ ਖਾ ਜਾਣਾ ਸੀ, ਪਰ ਤੂੜੀ ਦੇ ਵਿੱਚ ਰੱਖ ਦਿੱਤਾ, ਉਹਨੂੰ ਕੋਈ ਵੀ ਰੋਗ ਨਹੀਂ ਲੱਗਦਾ। ਜਿਹੜਾ ਆਪਣੇ ਧੁਰੇ ਦੇ ਨਾਲ, ਆਪਣੇ ਮੂਲ ਦੇ ਨਾਲ ਜੁੜ ਜਾਂਦਾ ਏ, ਉਹਨੂੰ ਨਾ ਕੋਈ ਦੁੱਖ ਲੱਗਦਾ ਏ ਤੇ ਨਾ ਕੋਈ ਬਿਮਾਰੀ ਲੱਗਦੀ ਏ। ਸਾਡਾ ਮਨੁੱਖੀ ਜਿੰਨੇ ਵੀ ਅਸੀਂ ਇੱਥੇ ਰਹਿੰਦੇ ਹਾਂ, ਜਿੰਨੇ ਵੀ ਅਸੀਂ ਇੱਥੇ ਜੀਵ ਹਾਂ, ਮਨੁੱਖਾ ਸਾਡਾ ਸਰੀਰ ਹੈ, ਸਾਡਾ ਜਿਹੜਾ ਧੁਰਾ ਏ, ਮੂਲ ਏ ਨਾ, ਉਹ ਭਲੀ ਪੂਰਨ ਪਰਮਾਤਮਾ ਹੈ। ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜ ਗਿਆ, ਉਹਨੂੰ ਕਦੀ ਵੀ ਕੋਈ ਜਿਹੜਾ ਦੁੱਖ, ਰੋਗ, ਕੁਝ ਵੀ ਉਹਦੇ ਸਰੀਰ ਨੂੰ ਨਹੀਂ ਆ ਕੇ ਚੰਬੜ ਸਕਦਾ। ਸੋ ਸਾਧ ਸੰਗਤ ਜੀ, ਅਸੀਂ ਇਸ ਦੁਨੀਆ ਤੇ, ਇਸ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਭੇਜੇ ਹੋਏ ਗਿਣਤੀ ਮਿੰਤੀ ਦੇ ਸਵਾਸ ਲੈ ਕੇ ਆਏ ਆ, ਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੇਕਰ ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ ਚਾਹੁੰਦੇ ਆ, ਤੇ ਫਿਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਾ ਤੇ ਸਿਮਰਨ ਦੇ ਨਾਲ ਜੁੜਨਾ ਪਵੇਗਾ। ਜਿਸ ਤਰ੍ਹਾਂ ਧੰਨ ਬਾਬਾ ਮਹਿਮਾ ਸਾਹਿਬ ਜੀ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਮਾਈ, ਤੇ ਕਿੰਨੀਆਂ ਬਖਸ਼ਿਸ਼ਾਂ ਦੇ ਜਿਹੜੇ ਨੇ ਉਹ ਪਾਤਰ ਬਣੇ, ਉਹਨਾਂ ਦਾ ਦਿੱਤਾ ਹੋਇਆ ਹੀ ਅਸੀਂ ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਖਾ ਰਹੇ ਹਾਂ। ਇਹ ਕਿਰਪਾ ਬਾਬਾ ਮਹਿਮਾ ਸਾਹਿਬ ਜੀ ਦੀ ਹੈ। ਕਿਸੇ ਇਲਾਕੇ ਦੇ ਵਿੱਚ ਇੱਕ ਸੰਤ ਮਹਾਂਪੁਰਖ ਹੋਵੇ ਨਾ, ਤੇ ਉਹ ਜਿਹੜਾ ਸਾਰਾ ਇਲਾਕਾ ਇਹ ਸਾਧ ਸੰਗਤ ਤਰ ਜਾਂਦਾ ਏ। ਸਾਡੇ ਇਲਾਕੇ ਤੇ ਵੀ ਐਸੀ ਜਿਹੜੀ ਕਿਰਪਾ ਏ, ਐਸੀ ਬਖਸ਼ਿਸ਼ ਏ ਕਿ ਸਾਡੇ ਇਲਾਕੇ ਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਉਹਨਾਂ ਦਾ ਵੀ ਜਿਹੜਾ ਪਾਵਨ ਸਥਾਨ ਇੱਥੋਂ ਬਹੁਤ ਹੀ ਦੂਰ ਨਹੀਂ, ਰਮਦਾਸ ਧੰਨ ਬਾਬਾ ਮਹਿਮਾ ਸਾਹਿਬ ਜੀ, ਉਹਨਾਂ ਦੇ ਪਾਵਨ ਸਥਾਨ ਤੇ ਅਸੀਂ ਬੈਠੇ ਹਾਂ। ਸੋ ਬੜੀ ਹੀ ਮਹਾਨ ਭਾਗਾਂ ਵਾਲੀ ਇਹ ਪਾਵਨ ਸਥਾਨ, ਕੋਲ ਹੀ ਸਾਡੇ ਡੇਰਾ ਬਾਬਾ ਨਾਨਕ, ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਰਹਿ ਕਰਕੇ ਖੇਤੀ ਕੀਤੀ, ਦਸਾਂ ਨੌਵਾਂ ਦੀ ਕਿਰਤ ਕੀਤੀ। ਸੋ ਬੜੀ ਹੀ ਪਾਵਨ ਪਵਿੱਤਰ ਸਥਾਨ ਹੈ। ਸੋ ਸਾਧ ਸੰਗਤ, ਸਾਨੂੰ ਆਪਣੇ ਮਨ ਨੂੰ ਸਮਝਾ ਕੇ, ਮਨ ਨੂੰ ਗੁਰੂ ਦੀ ਬਾਣੀ ਦੇ ਵਿੱਚ ਲਾ ਕੇ ਤੇ ਗੁਰੂ ਵਾਲੇ ਬਣਨਾ ਚਾਹੀਦਾ ਏ। ਮੈਂ ਅਖੀਰ ਦੇ ਵਿੱਚ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਗੁਰਮੁਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲਵੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਇਹ ਸਾਨੂੰ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ। ਸੋ ਸਾਧ ਸੰਗਤ, ਸਾਡੇ ਕੁਲ ਪੰਥ ਦੇ ਬਹੁਤ ਹੀ ਜਿਹੜੇ ਮਹਾਨ ਜਥੇ ਨੇ, ਰਾਗੀ ਸਿੰਘ, ਕਵੀਸ਼ਰ, ਕਥਾਵਾਚਕੋ ਪਹੁੰਚ ਰਹੇ ਨੇ। ਸਰਬੱਤ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੀ ਸੰਗਤ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਜੀ ਦੀ ਗੋਦ ਦੇ ਵਿੱਚ ਸੱਜ ਕੇ ਆ ਕੇ ਬੈਠੋ ਅਤੇ ਗੁਰੂ ਦੀ ਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੋ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने